ਸਰਵਨ ਕਰ ਰਹੇ ਹਾਂ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ। ਸਾਹਿਬ ਜੀ ਦਾ ਫਰਮਾਨ ਹੈ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਬੜ ਭਾਗੀ। ਵੱਡਿਆਂ ਭਾਗਾਂ ਵਾਲੇ ਸਤਸੰਗੀ ਜਨਾਂ ਦੀ ਐਸੀ ਪ੍ਰੀਤ ਪਰਮ ਪਿਤਾ ਪਰਮਾਤਮਾ ਨਾਲ ਜੁੜੀ ਕਿ ਪਰਮਾਤਮਾ ਨੇ ਆਪਣੇ ਵਿੱਚ ਹੀ ਲੀਨ ਕਰ ਲਿਆ। ਭਗਤਾ ਪ੍ਰੇਮ ਭੇਖ ਬਿਰਸੇ ਜਿਉ ਨਾਰੀ, ਤਿਉ ਹਰ ਜਨ ਜੀਵੇ ਨਾਮ ਚਿਤਾਰੀ। ਭਗਤੀ ਭਾਵ ਦਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਤਰ੍ਹਾਂ ਭਰਤਾ ਆਪਣਾ ਸਾਰਾ ਪੇਕਾ ਪਰਿਵਾਰ ਛੱਡ ਕੇ ਇੱਕ ਲੜਕੀ ਆਪਣੇ ਪਤੀ ਦੇ ਨਾਲ ਸਾਰਾ ਜੀਵਨ ਬਤੀਤ ਕਰਦੀ, ਏਦਾਂ ਪਰਮ ਪਿਤਾ ਪਰਮਾਤਮਾ ਦੇ ਨਾਲ ਰੱਬ ਦੇ ਪਿਆਰੇ ਸਤਸੰਗੀ ਜਿਹੜੇ ਨੇ ਸੰਸਾਰ ਤੋਂ ਉੱਪਰ ਉੱਠ ਕੇ ਤੇ ਨਿਰੰਕਾਰ ਦਾ ਸਿਮਰਨ ਕਰਦੇ, ਨਿਰੰਕਾਰ ਦੇ ਨਾਲ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜੇ ਰਹਿੰਦੇ ਨੇ। ਮਹਾਰਾਜ ਸਮਝਾਉਂਦੇ ਨੇ, ਪੂਤ ਪੇਖ ਜਿਉ ਜੀਵਤ ਮਾਤਾ, ਓਤ ਪੋਤ ਜਨ ਹਰ ਸਿਉ ਰਤਾ। ਪੁੱਤਰ ਨੂੰ ਵੇਖ ਵੇਖ ਕੇ ਜਿਵੇਂ ਮਾਂ ਜਿਉਂਦੀ ਹੈ, ਇਵੇਂ ਰੱਬ ਦੇ ਪਿਆਰੇ ਬੰਦਗੀ ਨਾਲ ਜੁੜਦੇ ਨੇ ਤੇ ਬੰਦਗੀ ਨਾਲ ਜੀਂਦੇ ਨੇ। ਆਖਾਂ ਜੀਵਾ ਵਿਸਰੇ ਮਰ ਜਾ। ਓਤ ਪੋਤ ਭਾਵ ਅੰਦਰੋਂ ਬਾਹਰੋਂ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਸਤਸੰਗੀ। ਲੋਭੀ ਆਨੰਦ ਕਰੇ ਭੇਖ ਧਨਾ, ਜਨ ਚਰਨ ਕਮਲ ਸਿਉ ਲਾਗੂ ਮਨ। ਜਿਵੇਂ ਲੋਭੀ ਧਨ ਵੇਖ ਕੇ ਪ੍ਰਸੰਨ ਹੁੰਦਾ, ਏਦਾਂ ਸਤਸੰਗੀ ਸਤ ਸੰਗਤ ਵਿੱਚ ਪ੍ਰਸੰਨ ਹੁੰਦਾ, ਕਥਾ ਵਿਚਾਰ ਵਿੱਚ ਪ੍ਰਸੰਨ ਹੁੰਦਾ। ਏਦਾਂ ਚਰਨ ਕਮਲਾਂ ਦੇ ਨਾਲ ਮਨ ਜੁੜਿਆ ਹੋਇਆ, ਜਿਵੇਂ ਲੋਭੀ ਦਾ ਧਨ ਨਾਲ ਜੁੜਿਆ ਹੋਇਆ। ਬਿਸਰ ਨਹੀਂ ਇੱਕ ਤਿਲ ਦਾਤਾਰ, ਨਾਨਕ ਕੇ ਪ੍ਰਭ ਪ੍ਰਾਨ ਆਧਾਰ। ਅਰਦਾਸ ਕਰੀਏ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ 'ਚ, ਹੇ ਦਾਤਾ ਜੀ, ਹੇ ਪਰਮ ਪਿਤਾ ਜੀ, ਹੇ ਕਰਤਾ ਪੁਰਖ ਵਾਹਿਗੁਰੂ ਜੀ, ਇੱਕ ਤਿਲ ਮਾਤਰ ਵੀ ਮੈਨੂੰ ਨਾ ਵਿਸਰੀ ਨਾ ਵਿਸਾਰੀ। ਆਪਣੇ ਚਰਨਾਂ ਕਮਲਾਂ ਦੇ ਨਾਲ ਮੇਰਾ ਮਨ ਜੁੜਿਆ ਰਵੇ, ਐਸੀ ਕਿਰਪਾ ਕਰ, ਮੇਰੇ ਪ੍ਰਾਣਾਂ ਨੂੰ ਤੇਰੇ ਨਾਮ ਦਾ ਆਧਾਰ ਰਵੇ। ਰਾਮ ਰਸਾਇਣ ਜੋ ਜਲਗੀ ਦੇ, ਚਰਨ ਕਮਲ ਪ੍ਰੇਮ ਭਗਤੀ ਵੀ ਦੇ। ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਰਸਾਇਣ ਸਿਮਰਨ ਪਰਮਾਤਮਾ ਵਾਹਿਗੁਰੂ ਜੀ ਦਾ ਜਿਹਨੇ ਭਗਤੀ ਹਿਰਦੇ ਦੇ ਵਿੱਚ ਧਾਰਨ ਕੀਤਾ। ਮਹਾਰਾਜ ਕਹਿੰਦੇ ਚਰਨ ਕਮਲਾਂ ਦੇ ਨਾਲ ਜਿਹਦਾ ਪ੍ਰੇਮ ਲੱਗਾ, ਉਹ ਭਗਤੀ ਵਿੱਚ ਭਿੱਜ ਗਿਆ, ਰਸ ਗਿਆ, ਉਹ ਰੰਗ ਚੜ ਗਿਆ ਉਸ ਨੂੰ। ਆਨ ਰਸਾ ਦੀਜੇ ਸਭ ਸਾਰ, ਨਾਮ ਬਿਨਾ ਨੇ ਫਲ ਸੰਸਾਰ। ਭਗਤੀ ਦਾ ਰੰਗ ਚੜਿਆ ਏ ਕਿ ਨਹੀਂ ਚੜਿਆ, ਮਹਾਰਾਜ ਕਹਿੰਦੇ ਪਤਾ ਕਿਵੇਂ ਕਰੀਏ। ਇਸ ਤਰ੍ਹਾਂ ਪਤਾ ਲੱਗਦਾ ਏ ਕਿ ਜਿਹਨੂੰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਰੰਗ ਚੜ ਗਿਆ, ਰਸ ਆ ਗਿਆ ਜਿਹਨੂੰ ਨਾਮ ਦਾ, ਮਹਾਰਾਜ ਕਹਿੰਦੇ ਆਣ ਰਸਾ ਦੀਛੇ ਸਭ ਸਾਰ। ਉਹ ਬਾਕੀ ਦੇ ਸਾਰੇ ਰਸਾਂ ਤੋਂ ਦੂਰ ਹੋ ਜਾਂਦਾ, ਛੱਡ ਦਿੰਦਾ, ਕਿਸੇ ਰਸ ਨਾਲ ਮੋਹ ਨਹੀਂ ਰਹਿ ਜਾਂਦਾ ਉਹਦਾ। ਕੇਵਲ ਨਾਮ ਤੇ ਨਾਮ ਉਹਦੇ ਨਾਲ ਜੁੜਿਆ, ਉਹਨੂੰ ਸਮਝ ਆ ਜਾਂਦੀ ਹੈ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਸ ਸੰਸਾਰ ਵਿੱਚ ਕੁਝ ਵੀ ਨਹੀਂ ਹੈ। ਅੰਧ ਕੋਪ ਤੇ ਕਾਢੇ ਆਪ, ਗੁਣ ਗੋਬਿੰਦ ਅਚਰਜ ਪ੍ਰਤਾਪ। ਪਰਮ ਪਿਤਾ ਪਰਮਾਤਮਾ ਦੇ ਗੁਣ ਗਾਉਣ ਦਾ ਮਹਾਰਾਜ ਕਹਿੰਦੇ ਅਚਰਜ ਪ੍ਰਤਾਪ ਭਾਵ ਰੱਬ ਦੀ ਬੰਦਗੀ ਕਰਨ ਦਾ, ਪਰਮਾਤਮਾ ਦਾ ਸਿਮਰਨ, ਮਨੁੱਖਤਾ ਦੀ ਸੇਵਾ ਕਰਨ ਦਾ ਮਹਾਰਾਜ ਕਹਿੰਦੇ ਫਲ ਜਿਹੜਾ ਹੈ ਹੈਰਾਨ ਕਰ ਦੇਣ ਵਾਲਾ ਹੈ। ਅੰਧ ਕੂਪ ਤੇ ਕਾਢੇ ਆਪ। ਆ ਸੰਸਾਰ ਨੂੰ ਮਹਾਰਾਜ ਨੇ ਅੰਨਾ ਖੂਹ ਕਿਹਾ ਹੈ। ਅੰਨਾ ਖੂਹ ਉਹ ਹੁੰਦਾ ਹੈ ਜਿਹੜਾ ਥੱਲੇ ਜਾ ਕੇ ਦਿਸਦਾ ਹੀ ਕੁਛ ਨਹੀਂ, ਕਿਸੇ ਪਾਸੋਂ ਰੋਸ਼ਨਦਾਨ ਨਹੀਂ, ਕਿਸੇ ਪਾਸੋਂ ਕੋਈ ਖਿੜਕੀ ਨਹੀਂ ਹੈ। ਉਹਦੇ ਵਿੱਚ ਅੰਨੇ ਖੂਹ ਦੇ ਵਿੱਚ ਜਿੰਨੀ ਮਰਜ਼ੀ ਲਾਈਟ ਜਗਾਈ ਜਾਈਏ
ਉੱਥੇ ਕਦੀ ਚਾਨਣ ਨਹੀਂ ਹੁੰਦਾ, ਹਨੇਰਾ ਹੀ ਰਹੇਗਾ। ਤੇ ਜਦੋਂ ਮਹਾਰਾਜ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ, ਮਹਾਰਾਜ ਕਹਿੰਦੇ ਇਸ ਅੰਨੇ ਖੂਹ 'ਚ ਵੀ ਪ੍ਰਕਾਸ਼ ਹੋ ਜਾਂਦਾ, ਅੰਨੇ ਖੂਹ 'ਚ ਵੀ ਚੜ੍ਹਦੀ ਕਲਾ ਹੋ ਜਾਂਦੀ ਹੈ। ਵਨ ਤਰਨ ਤ੍ਰਿਭੁਵਨ ਪੂਰਨ ਗੋਪਾਲ, ਬ੍ਰਹਮ ਪਾਸਾਰ ਜੀ ਸੰਗ ਦਿਆਲ। ਜਦੋਂ ਰੱਬ ਦੀ ਰਹਿਮਤ ਵਰਸਦੀ ਆ, ਮਹਾਰਾਜ ਕਹਿੰਦੇ ਰੱਬ ਦੀ ਰਹਿਮਤ ਬਰਸਾਤ ਵਰਗੀ ਆ। ਘਾਹ ਫੂਸ, ਵੱਡੇ ਜੰਗਲ, ਛੋਟੇ ਜੰਗਲ, ਸਭ ਤੇ ਬਰਾਬਰ ਬਰਸਦੀ ਆ। ਇਹ ਨਹੀਂ ਹੈ ਕਿ ਵੱਡੇ ਵੱਡੇ ਦਰਖਤਾਂ ਦੇ ਉੱਤੇ ਜ਼ਿਆਦੀ ਬਰਸਾਤ ਪੈ ਗਈ ਤੇ ਨਿੱਕੇ ਘਾਹ ਫੂਸ ਨੂੰ ਛੱਡ ਕੇ ਚਲ ਗਈ। ਮਹਾਰਾਜ ਕਹਿੰਦੇ ਜਿਹੜੇ ਦਰਖਤ ਦੇ ਥੱਲੇ ਘਾਹ ਆ, ਉੱਥੇ ਵੀ ਬਰਸਾਤ ਪੈਂਦੀ ਆ। ਇਹ ਰੱਬ ਦੀ ਰਹਿਮਤ ਆ, ਇਹ ਰੱਬ ਦੀ ਰਹਿਮਤ ਆ, ਜਿਹੜੀ ਕਬੀਰ ਜਲਾਹੇ ਤੇ ਵੀ ਪੈ ਗਈ, ਰਵਿਦਾਸ ਚਮਾਰ ਤੇ ਵੀ ਪੈ ਗਈ, ਸ਼ੀਂਬੇ ਨਾਮਦੇਵ ਤੇ ਵੀ ਪੈ ਗਈ, ਸੈਨ ਨਾਈ ਤੇ ਵੀ ਪੈ ਗਈ, ਧੰਨੇ ਜੱਟ ਤੇ ਵੀ ਪੈ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਉਹ ਪਰਮਾਤਮਾ ਦੇ ਨਾਮ ਦੀ ਬਰਸਾਤ ਆ। ਬ੍ਰਹਮ ਪਸਾਰ ਜੀ ਸੰਗ ਤੇ ਆ, ਉਹ ਪਰਮ ਪਿਤਾ ਪਰਮਾਤਮਾ ਦਾ ਪਸਾਰਾ ਸਾਰੇ ਬ੍ਰਹਿਮੰਡ ਵਿੱਚ ਆ ਤੇ ਹਰ ਜੀਵ ਦੇ ਨਾਲ ਆ ਰੱਬ ਜਿਹੜਾ। ਕਹੋ ਨਾਨਕ ਸਾ ਕਥਨੀ ਸਾਰ, ਮਹਾਨ ਨੇਤ ਜਿਸ ਸਿਰਜਨਹਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਪਰਮਾਤਮਾ ਦੀ ਕਥਾ ਕਰਨੀ ਲੋਹੇ ਦੇ ਚਣੇ ਚੱਬਣ ਦੇ ਬਰਾਬਰ ਆ। ਭਾਵ ਉਹਦੀ ਕਥਾ ਨੂੰ ਸੰਪੂਰਨ ਕੋਈ ਨਹੀਂ ਕਰ ਸਕਦਾ। ਚਰਚਾ ਵਿਚਾਰ ਕਰ ਸਕਦੇ ਹਾਂ, ਗੁਣ ਗਾ ਸਕਦੇ ਹਾਂ। ਜੇ ਇਹ ਕਹੀਏ ਵੀ ਮੈਂ ਉਹ ਰੱਬ ਦੀ ਵਿਚਾਰ ਪੂਰਨ ਤੌਰ ਤੇ ਕਰ ਲੂੰਗਾ, ਮਹਾਰਾਜ ਕਹਿੰਦੇ ਨਹੀਂ ਹੋ ਸਕਦੀ। ਕਹੋ ਨਾਨਕ ਸਾ ਕਥਨੀ ਸਾਰ, ਸਾਰ ਕਹਿੰਦੇ ਨੇ ਲੋਹੇ ਦੇ ਚਣਿਆਂ ਨੂੰ, ਲੋਹੇ ਨੂੰ। ਮਾਨ ਲੇਤ ਜਿਸ ਸਿਰਜਣਹਾਰ, ਜਿਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਨੂੰ ਬ੍ਰਹਿਮੰਡ ਮੰਨਦਾ ਪਿਆ ਏ, ਮੈਂ ਉਹਦੀ ਮਹਿਮਾ ਬਿਆਨ ਕਿੰਨੀ ਕੁ ਕਰ ਸਕਦਾ। ਜਿਹਵਾ ਏਕ ਕਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਨਹੀਂ ਲਈਏ। ਇੱਕ ਜੀਵਾਂ ਨਾਲ ਉਸ ਬੇਸੁਮਾਰ ਸੁਆਮੀ ਦੇ ਅੰਤ ਬੇਅੰਤ ਗੁਣ ਕਿਵੇਂ ਗਾ ਸਕਦੇ ਆ? ਉਸ ਰੱਬ ਦੇ ਗੁਣ ਗਾ ਸਕਦੇ ਆ, ਸੰਪੂਰਨਤਾ ਨਹੀਂ ਕਰ ਸਕਦੇ। ਨਿਤ ਪ੍ਰਤ ਨਾਵਨ ਰਾਮ ਸਰ ਕੀਜੈ, ਝੋਲ ਮਹਾਰਸ ਅੰਮ੍ਰਿਤ ਹਰ ਅੰਮ੍ਰਿਤ ਪੀਜੇ। ਹੇ ਭਾਈ, ਇਹ ਮੇਰੇ ਮਨਾ ਨਿਤਾ ਪ੍ਰਤ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਜਿਹੜਾ ਰਾਮ ਦੇ ਦਾਸਾਂ ਦਾ ਸਰੋਵਰ ਭਾਵ ਸਤ ਸੰਗਤ, ਸਤ ਸੰਗਤ ਦੇ ਵਿੱਚ ਆ ਕੇ ਨਾਮ ਰੂਪੀ ਜਲ ਦੇ ਨਾਲ ਸੇਵਾ ਰੂਪੀ ਸਾਬਣ ਲਾ ਲਾ ਕੇ ਇਸ ਮਨ ਨੂੰ ਇਸ਼ਨਾਨ ਕਰਾਈਏ। ਨਿਤਾ ਪ੍ਰਤ ਹਰ ਰੋਜ਼। ਇਹ ਨਹੀਂ ਵੀ ਸੰਗਰਾਂਦ ਤੇ ਆ ਗਏ ਜਾਂ ਮੱਸਿਆ ਤੇ ਆ ਗਏ ਜਾਂ ਪੁੰਨਿਆ ਤੇ ਆ ਗਏ ਜਾਂ ਕਦੀ ਗੁਰਪੁਰਬ ਤੇ ਆ ਗਏ। ਮਹਾਰਾਜ ਕਹਿੰਦੇ ਨਿਤਾ ਪ੍ਰਤ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਉਹਦੀ ਬੰਦਗੀ ਨਾਲ ਜੁੜੀਏ, ਸਤ ਸੰਗਤ ਕਰੀਏ, ਕਥਾ ਵਿਚਾਰ ਸਰਵਣ ਕਰੀਏ, ਸਤ ਸੰਗਤ ਵਿੱਚ ਆਉਣਾ ਕਰੀਏ। ਫਿਰ ਕੀ ਹੁੰਦਾ? ਮਹਾਰਾਜ ਕਹਿੰਦੇ ਝੁਕ ਕੇ ਰੱਬ ਵਰਸਦਾ ਏ ਤੇ ਝੋਲੀਆਂ ਭਰ ਦਿੰਦਾ ਏ, ਨਾ ਘਾਹ ਨੂੰ ਛੱਡਦਾ ਨਾ ਫੂਸ ਨੂੰ ਛੱਡਦਾ, ਸਭ ਦੇ ਉੱਤੇ ਬਰਾਬਰ ਅੰਮ੍ਰਿਤ ਦੀ ਵਰਖਾ ਹੋ ਜਾਂਦੀ। ਇੱਥੇ ਕੋਈ ਜਾਤ ਨਹੀਂ, ਪਾਤ ਨਹੀਂ। ਸਾਹਿਬ ਕੇ ਦਰਬਾਰ ਵਿੱਚ ਕੇਵਲ ਭਗਤ ਪਿਆਰ, ਇੱਥੇ ਕੇਵਲ ਤੇ ਕੇਵਲ ਪ੍ਰੇਮਾ ਭਗਤੀ ਨੂੰ ਹੀ ਲਿਆ ਜਾਂਦਾ, ਬਾਕੀ ਕੁਝ ਨਹੀਂ ਵਿਚਾਰਿਆ ਜਾਂਦਾ। ਇੱਥੇ ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਨਿਰਮਲ ਉਦਕ, ਸੋਹਣਾ ਸਵਸਥ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ। ਤੇ ਮਹਾਰਾਜ ਕਹਿੰਦੇ ਨੇ ਐ ਮੇਰੇ ਮਨਾ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਜਲ ਦੇ ਨਾਲ ਇਸ਼ਨਾਨ ਕਰ। ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਇਹ ਜਿਹੜੀ ਪਾਪਾਂ ਨਾਲ ਭਰੀ ਹੋਈ ਮਨ ਦੀ ਮੈਲ ਆ, ਮਹਾਰਾਜ ਕਹਿੰਦੇ ਨਾਮ ਜਲ ਦੇ ਨਾਲ ਇਸ਼ਨਾਨ ਕਰੇਗਾ ਤੇ ਧੁੱਪ ਜਾਵੇਗੀ।
तेरे सारे मनुख जन्म के कारज पूरे हो जाएंगे, सारे कारज पूरे हो जाएंगे। संत संग तै गोष्ठ होए, कोट जन्म के किल विख खोए। संत संग सत संगत दे विच आके परम पिता परमात्मा वाहिगुरू जी दे नाम दी चर्चा विचार सुननी करनी। कोट करोड़ जन्मां दे काले लेख मिट जाणगे। सिमरै साध करे आनंद, मन तन रविया पुर परमानंद। साध संगत विच मिल के परम पिता परमात्मा दे नाम दा सिमरन करे, महाराज कहंदे आनंद दी प्राप्ति होएगी। परमानंद दे नाल तेरा मिलाप हो जाएगा। जिसे प्राप्त हर चरण निधान, नानक दास तिसे कुर्बान। ਜਿਹੜਾ परम पिता परमात्मा ਨੂੰ याद रखदा, ਉਹਦੇ ਚਰਨਾਂ ਨਾਲ ਜੁੜਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਇਹ ਨਿਧਾਨ ਖਜ਼ਾਨਾ ਮਿਲ ਜਾਂਦਾ। ਨਾਨਕ ਦਾਸ ਕਿਸੇ ਕੁਰਬਾਨ। ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਸਦਕੇ, ਮੈਂ ਉਹਦੇ ਤੋਂ ਬਲਹਾਰ ਵਾਰਨੇ ਜਾਣਾ, ਜਿਹੜਾ ਇਸ ਕਲੂ ਕਾਲ ਦੇ ਅੰਦਰ ਪਦਾਰਥਵਾਦੀ ਇਸ ਸੰਸਾਰ ਦੇ ਅੰਦਰ परम पिता परमात्मा नाल जुड़िया होया, ਜਿਹੜਾ ਰੱਬ ਦੀ ਬੰਦਗੀ ਕਰਦਾ, ਰੱਬ ਨਾਲ ਜੁੜਦਾ। ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਬਲਹਾਰ ਜਾਣਾ, ਸਦਕੇ ਜਾਣਾ। ਸੋ ਕਿਛ ਕਾਰਜ ਤਾਂ ਮੈਲ ਨ ਲਾਗੇ, ਹਰ ਕੀਰਤਨ ਮੈਂ ਏ ਮਨ ਜਾਗੇ। ਐ ਮੇਰੀ ਮਨਾ ਏਦਾਂ ਦਾ ਕਰਮ ਕਰ ਜਿਹਦੇ ਨਾਲ ਇਸ ਮਨ ਨੂੰ ਮੈਲ ਨਾ ਲੱਗੇ। ਏਦਾਂ ਦਾ ਖਾ ਪੀ ਕਿ ਇਸ ਤਨ ਨੂੰ ਕੋਈ ਰੋਗ ਨਾ ਲੱਗੇ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਤਨ ਨੂੰ ਰੋਗ ਲੱਗਦੇ ਨੇ ਖਾਣ ਪੀਣ ਤੋਂ, ਤੇ ਮਨ ਨੂੰ ਰੋਗ ਲੱਗਦੇ ਨੇ ਕੀਤੇ ਹੋਏ ਕਰਮਾਂ ਤੋਂ। ਜਿਸ ਤਰ੍ਹਾਂ ਸਰੀਰ ਦਾ ਧਿਆਨ ਰੱਖਣਾ ਜ਼ਰੂਰੀ ਆ, ਇਸ ਤਰ੍ਹਾਂ ਮਨ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਆ। ਤਨ ਨੂੰ ਰੋਗਾਂ ਤੋਂ ਬਚਾਉਣ ਵਾਸਤੇ ਖਾਣ ਪਾਣ ਦਾ ਧਿਆਨ ਰੱਖਣਾ ਪੈਂਦਾ, ਤੇ ਮਨ ਨੂੰ ਰੋਗਾਂ ਤੋਂ ਬਚਾਉਣ ਵਾਸਤੇ ਕਰਮ ਕਰਦਿਆਂ ਧਿਆਨ ਰੱਖਣਾ ਪੈਂਦਾ। ਮਹਾਰਾਜ ਕਹਿੰਦੇ ਏਦਾਂ ਦੇ ਕਰਮ ਕਰ, ਐ ਮੇਰੇ ਮਨਾ ਮਨ ਨੂੰ ਮੈਲ ਨਾ ਲੱਗੇ। ਏਦਾਂ ਦੇ ਕਰਮ ਕਿਹੜੇ ਨੇ? ਮਹਾਰਾਜ ਕਹਿੰਦੇ ਪੂਰਾ ਗੁਰ ਅਰਾਧੀਏ, ਪੂਰਾ ਜਾ ਕਰ ਆਓ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਗੁਰੂ ਦੀ ਇਹ ਵਡਿਆਈ ਹੈ ਕਿ ਪੂਰਾ ਗੁਰੂ ਪੂਰੀ ਗੱਲ ਸਮਝਾਉਂਦਾ, ਕੋਈ ਬੁਝਾਰਤ ਨਹੀਂ ਪਾਉਂਦਾ, ਅਧੂਰੀ ਨਹੀਂ ਛੱਡਦਾ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ ਨਾ ਕਿ ਭਾਈ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਉਹਦੇ ਨਾਮ ਦਾ ਸਿਮਰਨ ਕਰ, ਉਹਦੇ ਨਾਮ ਜਲ ਦੇ ਵਿੱਚ ਮਨ ਨੂੰ ਇਸ਼ਨਾਨ ਕਰਾ, ਤੇ ਫਿਰ ਇਸ਼ਨਾਨ ਕਰਾਏਗਾ ਤੇ ਮਨ ਤੇਰਾ ਜਿਹੜਾ ਹੈ ਸਰਬ ਰੋਗ ਕਾ ਔਖਦ ਨਾਮ, ਇਹ ਮਨ ਜਿਹੜਾ ਹੈ ਇਹ ਤੰਦਰੁਸਤ ਹੋ ਜਾਵੇਗਾ। ਜਦੋਂ ਤੰਦਰੁਸਤ ਹੋ ਗਿਆ ਤੇ ਉਦੋਂ ਬਾਅਦ ਸਤਿਗੁਰੂ ਕਹਿੰਦੇ ਕਰਮ ਏਦਾਂ ਦੇ ਕਰ ਕਿ ਇਸ ਮਨ ਨੂੰ ਦੁਬਾਰਾ ਮੈਲ ਲੱਗੇ ਹੀ ਨਾ। ਏਦਾਂ ਦੇ ਫਿਰ ਕਰਮ ਕਿਹੜੇ ਆ? ਮਹਾਰਾਜ ਕਹਿੰਦੇ ਏਦਾਂ ਦੇ ਕਰਮ ਆ ਕਿ ਹਰ ਕੀਰਤਨ ਮੇ ਇਹ ਮਨ ਜਾਗੇ, ਕਿਉਂਕਿ ਜਿਹੜਾ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹੇ। ਜਿਹੜਾ ਇਸ ਮਨ ਦੇ ਇਸ ਸੰਸਾਰ ਦੇ ਅੰਦਰ ਜਾਗਦਾ ਰਹੇਗਾ ਉਹ ਮਨੁੱਖਾ ਜਨਮ ਦੀ ਪੂਰੀ ਵਸਤੂ ਪ੍ਰਾਪਤ ਕਰ ਜਾਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਮਨਾ ਜਦੋਂ ਸਤ ਸੰਗਤ ਵਿੱਚ ਆਉਣਾ, ਹਰੀ ਜਸ ਦੀ ਕੀਰਤੀ, ਕੀਰਤੀ ਦੇ ਅਰਥ ਹੁੰਦੇ ਨੇ ਗੁਣ ਗਾਉਣੇ, ਰੱਬ ਦੀ ਮਹਿਮਾ ਵਡਿਆਈ ਗਾਈ ਜਾ ਰਹੀ, ਸੁਣਾਈ ਜਾ ਰਹੀ ਹੈ, ਤੇ ਉੱਥੇ ਆ ਕੇ ਆਪਣੀਆਂ ਗੱਲਾਂ ਨੂੰ ਤਿਆਗ ਦੇ ਤੇ ਗੁਰੂ ਦੀਆਂ ਗੱਲਾਂ ਨੂੰ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਗੁਰੂ ਦਰਬਾਰ ਵਿੱਚ ਆ ਕੇ, ਸਤ ਸੰਗਤ ਵਿੱਚ ਆ ਕੇ ਆਪਣੀਆਂ ਗੱਲਾਂ ਨੂੰ ਤਿਆਗ ਦੇ ਤੇ ਗੁਰੂ ਦੀਆਂ ਗੱਲਾਂ ਸੁਣ, ਗੁਰੂ ਦੇ ਚਰਨਾਂ ਨਾਲ ਜੁੜ ਸਾਵਧਾਨ ਹੋ ਕੇ ਇਹ ਜਿਹੜਾ ਮਨ ਆ ਪਰਮਾਤਮਾ ਦੇ ਗੁਣ, ਪਰਮਾਤਮਾ ਦੀ ਵਡਿਆਈ, ਪਰਮਾਤਮਾ ਦੀ ਗੱਲ ਸੁਣੇ। ਇਹ ਆ ਕੀਰਤਨ 'ਚ ਜਾਗਣਾ,
ਭਾਵ ਮਨ ਤੇ ਸੁੱਤਾ ਪਿਆ ਏ ਜਾਂ ਮੋਹ ਦੀ ਨੀਂਦ ਵਿੱਚ ਜਾਂ ਮਾਇਆ ਦੀ ਨੀਂਦ ਵਿੱਚ, ਤੇ ਸਰੀਰ ਜਿਹੜਾ ਏ ਉਹ ਧਰਮ ਦੇ ਕਰਮ ਕਰਦਾ ਪਿਆ। ਮਹਾਰਾਜ ਕਹਿੰਦੇ ਇਸ ਸਰੀਰ ਨੇ ਸੰਸਾਰੀ ਕਾਰ ਵਿਹਾਰ ਕਰਨੇ ਆ, ਇਹ ਸਰੀਰ ਨੇ ਇਸ ਸਤ ਸੰਗਤ ਵਿੱਚ ਪਹੁੰਚਣਾ ਏ। ਪਰ ਯਾਦ ਰੱਖਣਾ, ਸਰੀਰ ਸਵਾਰੀ ਆ, ਗੱਡੀ ਆ, ਗੱਡੀ ਮਾਲਕ ਨੂੰ ਲੈ ਕੇ ਪਹੁੰਚਦੀ ਆ। ਤੇ ਜੇ ਗੱਡੀ ਦੇ ਵਿੱਚ ਮਾਲਕ ਬੈਠਾ ਹੀ ਨਹੀਂ ਤੇ ਗੱਡੀ ਡਰਾਈਵਰ ਜਿਹੜਾ ਏ ਉਹ ਸਵੇਰੇ ਕੱਢੇ ਆਪਣੇ ਘਰੋਂ ਤੇ ਦਫ਼ਤਰ ਲੈ ਜਾਵੇ, ਤੇ ਉੱਥੋਂ ਸ਼ਾਮ ਨੂੰ ਜਦੋਂ ਸ਼ਾਮਾਂ ਪਈਆਂ ਨੇ ਦਫ਼ਤਰ ਚੋਂ ਚਲਾਵੇ ਤੇ ਘਰੇ ਲੈ ਆਵੇ, ਤੇ ਜਿਹੜਾ ਮਾਲਕ ਆ ਉਹ ਗੱਡੀ 'ਚ ਬੈਠੇ ਹੀ ਨਾ, ਉਹ ਘਰੇ ਹੀ ਬੈਠੇ ਰਹੇ। ਵੈਨ ਦੇ ਪੈਸੇ ਭਰਦੇ ਆ, ਬੱਚਾ ਸਕੂਲ ਜਾਵੇ ਹੀ ਨਾ, ਵੈਨ ਗਈ ਹੈ ਸਕੂਲੋਂ ਜਾ ਕੇ ਟਾਈਮ ਨਾਲ ਮੁੜ ਆਈ ਆ, ਦੋਵੇਂ ਚੱਕਰ ਲਾਤੇ ਉਹਨੇ, ਸਵੇਰੇ ਵੀ ਸ਼ਾਮੀ ਵੀ। ਪਰ ਜੇ ਬੱਚਾ ਜਾਏਗਾ ਤੇ ਪੜ੍ਹੇਗਾ ਤੇ ਫੇਰ ਹੀ ਗੱਲ ਬਣੇਗੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐ ਮੇਰੇ ਮਨਾ, ਜੇ ਤੂੰ ਗੁਰੂ ਦਰਬਾਰ ਵਿੱਚ ਪਹੁੰਚੇਗਾ, ਹੇ ਪ੍ਰਾਣੀ, ਜੇ ਤੂੰ ਸੁਚੇਤ ਹੋ ਕੇ ਇਸ ਮਨ ਨੂੰ ਗੁਰੂ ਦਰਬਾਰ 'ਚ ਲੈ ਕੇ ਆਵੇਂਗਾ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਓ, ਇਸ ਮਨ ਨੂੰ ਫਿਰ ਦਰਸ਼ਨਾਂ ਦੀ ਵੀ ਪਿਆਸ ਜਾਗ ਜਾਵੇਗੀ ਜੇ ਲੈ ਕੇ ਆਵੇਂਗਾ। ਤੇ ਏਕੋ ਸਿਮਰਨ ਦੂਜਾ ਭਾਓ, ਸਤ ਸੰਗ ਜਬ ਕੇਵਲ ਨਾਉ। ਇੱਕ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰ, ਦੂਜਾ ਭਾਵ ਪਰਿਵਾਰ ਦਾ ਪਿਆਰ ਜਿਹੜਾ, ਸੰਸਾਰ ਦਾ ਪਿਆਰ ਜਿਹੜਾ, ਇਹਨੂੰ ਸੀਮਤ ਰੱਖ ਤੇ ਸੀਮਾ ਤੋਂ ਅੱਗੇ ਲੰਘ ਕੇ ਪਰਮਾਤਮਾ ਨਾਲ ਪਿਆਰ ਕਰ। ਉਹਦਾ ਪ੍ਰੇਮ ਜਿਹੜਾ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੂਗਾ। ਉਹਦਾ ਪ੍ਰੇਮ ਕਿੱਦਾਂ ਦਾ ਏ? ਕਿਰਤ ਕਰਦਿਆਂ ਨਾਮ ਜਪਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਸਤ ਸੰਗਤ ਦੀਆਂ ਘੜੀਆਂ ਮਿਲ ਜਾਣ ਉਦੋਂ ਸਾਵਧਾਨ ਹੋ ਕੇ ਸਰਵਣ ਕਰਨਾ। ਇੱਕ ਧਿਆਨ ਹੁੰਦਾ ਤੇ ਇੱਕ ਅਰਦਾਸ ਹੁੰਦੀ ਹੈ। ਯਾਦ ਰੱਖਣਾ, ਇਹ ਦੋਨੇ ਹੀ ਸੁਚੇਤ ਹੋ ਕੇ ਕਰਨੀਆਂ ਚਾਹੀਦੀਆਂ। ਜਿਹੜਾ ਧਿਆਨ ਆ ਨਾ, ਉਹਦਾ ਅਰਥ ਇਹ ਆ ਵੀ ਜਦੋਂ ਅਸੀਂ ਧਿਆਨ ਲਾਉਣੇ ਆ ਤੇ ਗੁਰੂ ਦੀਆਂ ਗੱਲਾਂ ਸੁਣਦੇ ਆ, ਉਦੋਂ ਸਾਨੂੰ ਗੁਰੂ ਕੁਝ ਸੁਣਾ ਰਿਹਾ ਹੁੰਦਾ ਹੈ, ਤੇ ਜਦੋਂ ਅਸੀਂ ਅਰਦਾਸ ਕਰਦੇ ਆ ਉਦੋਂ ਗੁਰੂ ਸੁਣ ਰਿਹਾ ਹੁੰਦਾ ਹੈ। ਜਦੋਂ ਧਿਆਨ ਲਾਉਣੇ ਨਾ ਅਸੀਂ, ਉਦੋਂ ਅਸੀਂ ਸੁਣਨਾ ਹੈ ਗੁਰੂ ਕੀ ਕਹਿ ਰਿਹਾ ਹੈ, ਤੇ ਜਦੋਂ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ ਉਦੋਂ ਗੁਰੂ ਸੁਣ ਰਿਹਾ ਹੈ ਕਿ ਚੇਲਾ ਕੀ ਕਹਿ ਰਿਹਾ ਹੈ, ਸੇਵਕ ਕੀ ਕਹਿ ਰਿਹਾ, ਸਿੱਖ ਕੀ ਕਹਿ ਰਿਹਾ। ਇਸ ਲਈ ਅਰਦਾਸ ਤੇ ਧਿਆਨ ਇਹ ਦੋਵੇਂ ਸਾਵਧਾਨੀ ਮੰਗਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਬੰਦਿਆ, ਇੱਕ ਪਰਮਾਤਮਾ ਦਾ ਸਿਮਰਨ ਕਰ, ਦੂਜਾ ਨਾ ਕਿਤੇ ਦਰ ਦਰ ਭਟਕਦਾ ਫਿਰ। ਸਤ ਸੰਗਤ ਦੇ ਵਿੱਚ ਕੇਵਲ ਪਰਮਾਤਮਾ ਦੇ ਨਾਮ ਨਾਲ ਜੁੜਨਾ ਕਰ, ਰੱਬ ਦੀ ਗੱਲ ਨੂੰ ਸੁਣਨਾ ਕਰ। ਕਰਮ ਧਰਮ ਨੇਮ ਵਰਤ ਪੂਜਾ, ਪਾੜ ਬ੍ਰਹਮ ਬਿਨ ਜਾਣ ਨਾ ਦੂਜਾ। ਇੱਕ ਹੁੰਦਾ ਧਰਮ ਕਰਮ ਤੇ ਇੱਕ ਹੁੰਦਾ ਕਰਮ ਧਰਮ। ਜਦੋਂ ਅਸੀਂ ਕਹਿੰਦੇ ਨਾ ਧਰਮ ਕਰਮ, ਵੀ ਮੈਂ ਕਰਮ ਉਹ ਕਰਨਾ ਜਿਹੜਾ ਧਰਮ ਵਾਲਾ ਕਰਮ, ਜਿਹਦੇ 'ਚ ਧਰਮ ਹੋਵੇ। ਤੇ ਜਦੋਂ ਅਸੀਂ ਇਹ ਕਹਿੰਦੇ ਆ ਵੀ ਕਰਮ ਧਰਮ, ਉਦੋਂ ਅਰਥ ਬਣ ਜਾਂਦਾ ਵੀ ਮੈਂ ਜਿਹੜਾ ਮਰਜ਼ੀ ਕਰਮ ਕਰਾਂ ਉਹੀ ਧਰਮ ਆ, ਜਿਹੜਾ ਕਰਮ ਮੈਂ ਕਰਦਾ ਉਹੀ ਧਰਮ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅਸੀਂ ਕਰਮ ਨੂੰ ਧਰਮ ਬਣਾ ਲਿਆ, ਧਰਮ ਦੇ ਮੁਤਾਬਕ ਅਸੀਂ ਕਰਮ ਕਰਨਾ ਸੀ। ਤੇ ਜਿਹੜਾ ਅਸੀਂ ਕਰਮ ਕਰਦੇ ਪਏ, ਭਾਵੇਂ ਬੁਰਾ ਕਰਮ ਕਰਦੇ ਪਏ, ਅਸੀਂ ਉਸੇ ਨੂੰ ਧਰਮ ਬਣਾ ਲਿਆ। ਜੇ ਕੋਈ ਅੰਮ੍ਰਿਤ ਵੇਲੇ ਨਹੀਂ ਜਾਗਦਾ ਤੇ ਉਹ ਕਹਿੰਦਾ, ਲੈ ਮਨ ਸੱਚਾ ਸਾਫ਼ ਹੋਣਾ ਚਾਹੀਦਾ, ਬਸ ਖੋਟ ਨਹੀਂ ਹੋਣਾ ਚਾਹੀਦਾ, ਰੱਬ ਦੀ ਬੰਦਗੀ ਜਿੰਨੀ ਹੁੰਦੀ ਕਰੋ। ਜੇ ਕੋਈ ਗੁਰਦੁਆਰਾ ਸਾਹਿਬ ਨਹੀਂ ਆਉਂਦਾ, ਜੇ ਮਨ ਸਾਫ਼ ਹੈ ਤੇ ਗੁਰਦੁਆਰਾ ਹੀ ਗੁਰਦੁਆਰਾ ਹੈ। ਜੇ ਕਿਸੇ ਨੇ ਖੰਡੇ ਬਾਟੇ ਦੀ ਪੌਲ ਨਹੀਂ ਲਈ ਤੇ ਕਹੂਗਾ ਬਸ ਮੈਂ ਕਿਹੜਾ ਕੁਝ ਖਾਣਾ ਪੀਣਾ ਹੈ।
ਜਦੋਂ ਮੈਂ ਕੁਝ ਨਸ਼ੀਲੀਆਂ ਵਸਤੂਆਂ ਸ਼ਰਾਬ ਮੀਟ ਖਾਂਦਾ ਹੀ ਨਹੀਂ ਤੇ ਮੇਰਾ ਅੰਮ੍ਰਿਤ ਹੀ ਅੰਮ੍ਰਿਤ ਆ। ਅਸੀਂ ਇਹੋ ਜਿਹੀਆਂ ਕਹਾਵਤਾਂ ਘੜ ਲੈਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਆਪਦੇ ਕਰਮ ਨੂੰ ਹੀ ਧਰਮ ਬਣਾ ਲੈਂਦੇ ਹਾਂ। ਜੇ ਮੈਂ ਸੁੱਖਾ ਪੀਣਾ ਹੈ ਤਾਂ ਮੈਂ ਕਹਿਣਾ ਗੁਰੂ ਸਾਹਿਬ ਤੇ ਆਪ ਰਗੜੇ ਲਾਉਂਦੇ ਰਹੇ ਆ। ਜੇ ਮੈਂ ਫੀਮ ਖਾਣੀ ਤਾਂ ਗੁਰੂ ਸਾਹਿਬ ਤੇ ਆਪ ਸਿੰਘਾਂ ਨੂੰ ਫੀਮ ਵੰਡਦੇ ਹੁੰਦੇ ਸੀ। ਮੈਂ ਆਪਣੇ ਮੁਤਾਬਕ ਕਰਮ ਨੂੰ ਹੀ ਧਰਮ ਬਣਾ ਲਿਆ। ਮਹਾਰਾਜ ਕਹਿੰਦੇ ਇਹ ਜਿਹੜੇ ਕਰਮ ਧਰਮ ਨੇਮ ਜਿਹੜੇ ਕਰਦਾ ਪਿਆ ਨਾ, ਇਹ ਵਰਤ ਰੱਖਣੇ ਪੂਜਾ ਕਰਨੀ, ਇਹ ਸਾਰੇ ਨਖੇਧ ਆ। ਇਹਨਾਂ ਦੇ ਵਿੱਚ ਕਦੀ ਵੀ ਸੰਪੂਰਨਤਾ ਨਹੀਂ ਮਿਲਦੀ। ਇਹ ਊਨਤਾ ਹੀ ਆ ਇਹਦੇ ਵਿੱਚ। ਜੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਸਿਮਰਨ ਦੇ ਨਾਲ ਜੁੜਨਾ, ਪਾਰ ਬ੍ਰਹਮ ਬਿਨ ਜਾਨ ਨਾ ਦੂਜਾ, ਇਹ ਸਾਰੇ ਫੋਕਟ ਕਰਮ ਆ। ਮਹਾਰਾਜ ਕਹਿੰਦੇ ਇਹਨਾਂ ਨੂੰ ਤਿਆਗ ਕੇ ਇੱਕ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨਾ ਕਰ ਮੇਰੇ ਮਨਾ, ਤਾਂ ਕਿ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ। ਐ ਮੇਰੇ ਮਨਾ, ਇਸ ਸੰਸਾਰ ਤੇ ਆਉਣ ਦੀ ਘਾਲਣਾ ਉਹਦੀ ਪੂਰੀ ਹੋਈ ਜਿਨੇ ਇਸ ਸੰਸਾਰ ਤੇ ਆ ਕੇ ਆਪਣੇ ਮਾਲਕ ਰੱਬ ਦਾ ਸਿਮਰਨ ਕੀਤਾ, ਰੱਬ ਨੂੰ ਯਾਦ ਰੱਖਿਆ। ਰੱਬ ਦਾ ਸਿਮਰਨ ਇਹ ਨਹੀਂ ਆ ਕਿ ਚੌਕੜੇ ਮਾਰ ਕੇ ਬੈਠ ਗਏ ਤੇ ਬਸ ਕੰਮਕਾਰ ਛੱਡ ਦਿੱਤਾ, ਜੰਗਲਾਂ ਨੂੰ ਭੱਜ ਗਏ, ਤੀਰਥਾਂ ਨੂੰ ਭੱਜ ਗਏ। ਰੱਬ ਦਾ ਸਿਮਰਨ ਦੇ ਅਰਥ ਨੇ ਯਾਦ ਕਰਨਾ ਤੇ ਤੁਰਦਿਆਂ ਫਿਰਦਿਆਂ ਜਾਗਦਿਆਂ ਸੁੱਤਿਆਂ ਹਰ ਵਕਤ ਉਸ ਰੱਬ ਨੂੰ ਯਾਦ ਰੱਖਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਰੱਬ ਨੂੰ ਆਪਣੇ ਨਾਲ ਸਮਝਣਾ, ਮੰਨਣਾ ਵੀ ਮੇਰੇ ਨਾਲ ਰੱਬ ਹੈ। ਇਹ ਆ ਸਿਮਰਨ ਦੇ ਅਰਥ। ਤੇ ਏਦਾਂ ਜਿਹੜਾ ਕਰਦਾ ਮਹਾਰਾਜ ਕਹਿੰਦੇ ਉਹਦਾ ਜੀਵਨ ਸਫਲ ਹੋ ਜਾਂਦਾ। ਸੋ ਵੈਸਨੋ ਹੈ ਅਪਰਪਾਰ, ਕਹੋ ਨਾਨਕ ਜਨ ਤਜੇ ਵਿਕਾਰ। ਹੁਣ ਕਈ ਬੰਦੇ ਨਾ ਕੀ ਕਹਿੰਦੇ ਨੇ ਜੀ, ਮੈਂ ਕੋਈ ਨਸ਼ਾ ਨਹੀਂ ਕਰਦਾ ਜੀ, ਮੈਂ ਮੀਟ ਨਹੀਂ ਖਾਂਦਾ ਜੀ, ਤੇ ਮੈਂ ਵੈਸ਼ਨੂ ਆ ਜੀ। ਮਹਾਰਾਜ ਕਹਿੰਦੇ ਉਹ ਝੂਠ ਬੋਲਦਾ, ਨਿੰਦਿਆ ਕਰਦਾ, ਚੁਗਲੀ ਕਰਦਾ, ਬੁਰਾ ਤੱਕਦਾ, ਜਿਹੜਾ ਇਹੋ ਜਿਹੇ ਕਰਮ ਕਰੀ ਜਾਂਦਾ, ਉਹ ਭਾਵੇਂ ਜੋ ਕੁਝ ਮਰਜ਼ੀ ਛੱਡੀ ਜਾਵੇ, ਉਹ ਵੈਸ਼ਨੂ ਵਿੱਚ ਨਹੀਂ ਆਉਂਦਾ। ਵੈਸ਼ਨੂ ਉਹ ਆ ਜਿਹਨੇ ਆਪਣੇ ਵਿਕਾਰ ਛੱਡ ਦਿੱਤੇ। ਮਹਾਰਾਜ ਕਹਿੰਦੇ ਜਿਹਨੇ ਵਿਕਾਰ ਛੱਡ ਦਿੱਤੇ ਉਹ ਤੇ ਧੰਤਾ ਦੇ ਯੋਗ ਹੋ ਗਿਆ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।